ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਲਵੰਡੀ ਦੀ ਧਰਤੀ ਤੇ ਪ੍ਰਕਾਸ਼ ਔਰ ਬੀਤਿਆ ਹੋਇਆ ਬਚਪਨ, ਵਰਤਾਈਆਂ ਹੋਈਆਂ ਨਿਆਮਤਾਂ ਬਖਸ਼ਿਸ਼ਾਂ ਨੂੰ ਸਾਂਝੀਆਂ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਅੱਪੜਦੇ ਆ। ਤਕਰੀਬਨ 14 ਤੋਂ 15 ਵਰ੍ਹਿਆਂ ਦੀ ਉਮਰ ਆ ਜਦੋਂ ਸਤਿਗੁਰੂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਏ ਔਰ ਮੋਦੀ ਦੀ ਕਾਰ ਆਰੰਭੀ। ਮਲਸੀਹਾਂ ਦਾ ਰਹਿਣ ਵਾਲਾ ਭਾਈ ਭਗੀਰਥ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਰਹਿਮਤ ਨੂੰ ਮਾਣਿਆ। ਇਹ ਲੜੀ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਛੋਈ ਹੈ ਔਰ ਇੱਥੋਂ ਅਗਲੀ ਲੜੀ ਆਪ ਜੀ ਦੇ ਸਨਮੁਖ ਕਵਾਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ, ਜਿੱਥੇ ਮੋਦੀ ਦੀ ਮਹਾਰਾਜ ਕਿਰਤ ਕਰਦੇ ਆ। ਕਿਰਤ ਦੇ ਨਾਲ ਨਾਲ ਜਿਹੜੇ ਤਿੰਨੇ ਉਪਦੇਸ਼ ਮਹਾਰਾਜ ਨੇ ਮਨੁੱਖਤਾ ਦੀ ਝੋਲੀ ਪਾਏ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹ ਤਿੰਨੇ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਖੁਦ ਆਪਣੇ ਹੱਥੀਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪੂਰੇ ਕੀਤੇ। ਔਰ ਪ੍ਰਿੰਸੀਪਲ ਸਤਬੀਰ ਸਿੰਘ ਹੁਰੀ ਲਿਖਦੇ ਆ ਕਿ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਬਾਅਦ ਬਹੁਤ ਮਾਹੌਲ ਬਦਲਿਆ, ਕਿਉਂਕਿ ਵੱਡਾ ਇਲਾਕਾ ਹੋਣ ਕਰਕੇ ਨਵਾਬ ਦੌਲਤ ਖਾਨ ਜਿਹੜਾ ਉਹ ਉਸ ਵੇਲੇ ਇਲਾਕੇ ਦਾ ਰਾਜਾ, ਤੇ ਗੁਰੂ ਨਾਨਕ ਸਾਹਿਬ ਦੇ ਜੀਜਾ ਜੀ ਭਾਈਆ ਜੈ ਰਾਮ ਜੀ ਦੌਲਤ ਖਾਨ ਦੇ ਦੀਵਾਨ ਆ, ਉਹਦੇ ਮੁਖੀ ਮੈਂਬਰ ਆ, ਉਹਦੇ ਮਹਿਲਾਂ ਦੇ ਕਹਿ ਲਓ, ਉਹਦੇ ਸਰਕਾਰੀ ਦਰਬਾਰੇ ਕੰਮ ਕਰਨ ਵਾਲੇ। ਪਰ ਤਵਾਰੀਖ ਦੇ ਅੰਦਰ ਇਹ ਗੱਲ ਸਾਹਮਣੇ ਆਉਂਦੀ, ਹਜ਼ੂਰ ਗੁਰੂ ਸਾਹਿਬ ਜੀ ਦਾ ਆਉਣਾ, ਉਹਨਾਂ ਦੀ ਮੁਸ਼ੱਕਤ, ਉਹਨਾਂ ਦੀ ਮਿਹਨਤ ਔਰ ਮੋਦੀ ਖਾਨੇ ਤੇ ਵਰਤਾਈਆਂ ਹੋਈਆਂ ਬਖਸ਼ਿਸ਼ਾਂ ਦੀ ਦੂਰ ਦੂਰ ਤੱਕ ਧੁੰਮ ਪਈ। ਕੋਈ ਗਰੀਬ ਗੁਰਬਾ, ਕੋਈ ਫਕੀਰ, ਕੋਈ ਸਾਧੂ ਸੰਤ ਆਇਆ ਖਾਲੀ ਨਾ ਜਾਂਦਾ। ਤੇ ਲੋਕਾਂ ਵਿੱਚ ਸਭ ਤੋਂ ਵੱਡੀ ਸੁੱਖ ਇਸ ਗੱਲ ਦਾ ਵੀ ਆ ਕੇ ਵਸਿਆ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਕਿਸੇ ਨੂੰ ਜੇਲ੍ਹ ਨਾ ਹੋਈ। ਨਹੀਂ ਤੇ ਅੱਗੇ ਨਵਾਬ ਦੌਲਤ ਖਾਨ ਦੇ ਕੋਲ ਕੀ ਕਾਨੂੰਗੋ, ਕੀ ਪਟਵਾਰੀ, ਜਿੰਨੇ ਅਹਿਲਕਾਰ ਸਨ, ਜਿਵੇਂ ਸਾਹਿਬ ਦੀ ਬਾਣੀ ਕਹਿੰਦੀ ਹੈ ਨਾ ਵੀ ਇਹ ਵਕਤੀ ਹਾਲਾਤ ਆ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਗੁਰੂ ਨਾਨਕ ਸਾਹਿਬ ਸਤਿਗੁਰੂ ਨੇ ਇਹਨੂੰ ਇੰਨਾ ਤਬਦੀਲ ਕੀਤਾ ਔਰ ਇੰਨੀ ਮਾਰਫਤ ਸੀ ਮਾਲਕ ਦੇ ਘਰ ਦੇ ਅੰਦਰ। ਜਿਹੜੀ ਗੱਲ ਦਾ ਫੈਸਲਾ ਗੁਰੂ ਨਾਨਕ ਸਾਹਿਬ ਖੁਦ ਕਰ ਦਿੰਦੇ, ਨਵਾਬ ਦੌਲਤ ਖਾਂ ਉਸੇ ਫੈਸਲੇ ਦੇ ਉੱਤੇ ਮੋਹਰ ਲਾ ਦਿੰਦਾ। ਮਹਾਰਾਜ ਜੀ ਦੀ ਸ਼ਖਸੀਅਤ ਦਾ ਐਸਾ ਪ੍ਰਭਾਵ ਸੀ ਕਿ ਜੋ ਨਾਨਕ ਕਰੇਗਾ ਉਹ ਠੀਕ ਕਰੇਗਾ, ਇਹ ਗਲਤ ਨਹੀਂ ਕਰਦਾ। ਇਹ ਗੁਰੂ ਸਾਹਿਬ ਦੀ ਹੋਈ ਰਹਿਮਤ ਆ। ਭਾਈ ਗੁਰਦਾਸ ਕਹਿੰਦੇ ਆ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬੇਨਾਸੀ। ਜਿਉਂਦੇ ਜੀ ਆਪਣੀ ਜ਼ਿੰਦਗੀ ਨੂੰ ਮੁਕਤ ਕਰਕੇ ਅਬਿਨਾਸ਼ੀ ਮਾਲਕ ਦੇ ਵਿੱਚ ਸਮਾ ਗਿਆ। ਦੌਲਤ ਖਾਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਰਹਿਮਤ ਲੈ ਕੇ ਗੁਰਮੁਖ ਕਹਿ ਲੋ, ਸੱਚਾ ਸਿੱਖ ਕਹਿ ਲੋ, ਸੱਚੀ ਭਾਵਨਾ ਵਾਲਾ ਇਨਸਾਨ ਬਣਿਆ। ਹੁਣ ਸੁਲਤਾਨਪੁਰ ਦੀ ਜਿਹੜੀ ਨਿਤ ਦੀ ਕਾਰ ਆ, ਸੰਗਤ ਦੀ ਨੀਂਹ ਯਾਦ ਰਹੇ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਰੱਖੀ। ਬੜੀਆਂ ਬਰਕਤਾਂ ਵਰਤਾਈਆਂ। ਬਾਣੀ ਦਾ ਜਿਹੜਾ ਪ੍ਰਕਾਸ਼ ਪੁਰਬ ਆ, ਵੇਖੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਿਛਲੇ ਦਿਨਾਂ 'ਚ ਮਨਾਇਆ। ਯਾਦ ਰਹੇ ਬਾਣੀ ਦਾ ਪ੍ਰਕਾਸ਼ ਵੀ ਸੁਲਤਾਨਪੁਰ ਲੋਧੀ ਹੋਇਆ। ਮੂਲ ਮੰਤਰ ਮਹਾਰਾਜ ਸੁਲਤਾਨਪੁਰ ਉਚਾਰਿਆ। ਸੰਗਤ ਦੀ ਨੀਂਹ ਮਹਾਰਾਜ ਨੇ ਸੁਲਤਾਨਪੁਰ ਆਰੰਭ ਕੀਤੀ। ਇਤਿਹਾਸਕਾਰ ਲਿਖਦੇ ਆ, ਬੂਟੇ ਸ਼ਾਹ ਤਵਾਰੀਖ ਦੇ ਵਿੱਚ ਲਿਖਦਾ ਕਿ ਮਹਾਰਾਜ ਪਹਿਰ ਰਾਤ ਰਹਿੰਦੇ ਆ ਅੰਮ੍ਰਿਤ ਵੇਲੇ
ਵੇਈ ਨਦੀ ਦਾ ਜਿਹੜਾ ਪਸਾਰਾ ਆ ਉਹ ਬਹੁਤ ਵੱਡਾ ਆ। ਅੱਜ ਤੇ ਉਹ ਸਿਰਫ ਇੱਕ ਛੋਟਾ ਜਿਹਾ ਨਾਲੇ ਦੇ ਰੂਪ ਵਿੱਚ ਰਹਿ ਗਈ। ਦਸੂਹੇ ਇਲਾਕੇ ਦੇ ਵਿੱਚੋਂ ਇੱਕ ਰੱਬੀ ਰਹਿਮਤ ਆ, ਦਸੂਹੇ ਇਲਾਕੇ ਦੇ ਵਿੱਚੋਂ, ਧਰਤੀ ਦੇ ਵਿੱਚੋਂ ਹੀ ਪਾਣੀ ਜਿਹੜਾ ਫੁੱਟਦਾ, ਜਿੱਥੋਂ ਵੇਈ ਆਰੰਭ ਹੁੰਦੀ ਹੈ, ਪੰਜਾਬ ਦੇ ਵਿੱਚ। ਔਰ ਪੰਜਾਬ ਦੇ ਵਿੱਚ ਹੀ ਹਰੀਕੇ ਜਾ ਕੇ ਇਹ ਵੇਈ ਸਮਾ ਜਾਂਦੀ ਹੈ, ਜਿੱਥੇ ਸਤਲੁਜ, ਬਿਆਸ ਦਰਿਆ ਔਰ ਵੇਈ ਜਿਹੜਾ ਤਿੰਨਾਂ ਦਾ ਸੰਗਮ ਹੁੰਦਾ ਹੈ। ਇਸ ਵੇਈ ਨਦੀ ਦਾ ਪਸਾਰਾ ਬਹੁਤ ਵੱਡਾ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਪਹਿ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਵੇਈ ਨਦੀ ਤੇ ਇਸ਼ਨਾਨ ਕਰਦੇ ਨਾਲ ਉਹਨਾਂ ਦਾ ਸਾਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ। ਔਰ ਮਹਾਰਾਜ ਵੇਈ ਨਦੀ ਦੇ ਕੰਢੇ ਤੇ ਬੈਠ ਕੇ ਹੀ ਅਕਾਲ ਪੁਰਖ ਨੂੰ ਸਿਮਰਦੇ, ਜਿੱਥੇ ਅੱਜ ਕੱਲ ਗੁਰਦੁਆਰਾ ਹੈ, ਗੁਰਦੁਆਰਾ ਸ੍ਰੀ ਬੇਰ ਸਾਹਿਬ। ਇਹ ਬਿਲਕੁਲ ਵੇਈ ਨਦੀ ਦੇ ਕੰਢੇ ਤੇ ਬਣਿਆ ਹੋਇਆ। ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੀ ਸਾਜੀ ਹੋਈ ਬੇਰੀ ਅੱਜ ਵੀ ਪਾਕ ਮੁਹੱਬਤਾਂ ਦੀ ਮਹਿਕ ਵੰਡਦੀ ਹੈ, ਜਿਹਦਾ ਕਰਕੇ ਉਹਦਾ ਨਾਂ ਹੀ ਬੇਰ ਸਾਹਿਬ ਬਣਿਆ। ਔਰ ਮਹਾਰਾਜ ਉੱਥੇ ਆਪਣਾ ਨੇਮ ਨਿਭਾ ਕੇ ਆਪਣੇ ਘਰ ਆਉਂਦੇ। ਇੱਕ ਘਰ ਬੇਬੇ ਨਾਨਕੀ ਜੀ ਦਾ ਹੈ, ਜਿਹੜਾ ਬਿਲਕੁਲ ਸ਼ਹਿਰ ਤੋਂ ਬਾਹਰਲੇ ਪਾਸੇ ਅੱਜ ਵੀ ਅਸਥਾਨ ਗੁਰਦੁਆਰਾ ਬੇਬੇ ਨਾਨਕੀ ਜੀ, ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਆ, ਇਹ ਹਜ਼ੂਰ ਮਹਾਰਾਜ ਜੀ ਦਾ ਨਿੱਜੀ ਤੌਰ ਤੇ ਘਰ ਆ। ਆਪਣੇ ਘਰ ਆਉਂਦੇ, ਘਰੋਂ ਆਪਣੀ ਤਿਆਰੀ ਕਰਕੇ ਫਿਰ ਮੋਦੀ ਖਾਨੇ ਦੀ ਕਾਰ ਵਿੱਚ ਜਾਂਦੇ। ਔਰ ਇਹ ਯਾਦ ਰਹੇ ਪਿਆਰਿਓ, ਵੇਈ ਨਦੀ ਦੇ ਕੰਢੇ ਤੇ ਸਤਿਗੁਰੂ ਖੁਦ ਬੈਠਦੇ। ਹੌਲੀ ਹੌਲੀ ਜਦੋਂ ਸੁਲਤਾਨਪੁਰ ਦੇ ਵਿੱਚ ਇਹ ਗੱਲ ਦੀ ਸ਼ੋਭਾ ਬਣੀ ਨਾ, ਵੀ ਜਿਹੜਾ ਮੋਦੀ ਖਾਨੇ ਦੇ ਵਿੱਚ ਹੁਣ ਕਿਰਤੀ ਆਇਆ, ਮੋਦੀ ਖਾਨੇ ਦੀ ਸਾਂਭ ਸੰਭਾਲ ਕਰਨ ਵਾਲਾ ਆਇਆ, ਬੇਬੇ ਨਾਨਕੀ ਦਾ ਭਰਾ ਹੈ ਬਾਬਾ ਨਾਨਕ, ਬੜੀਆਂ ਰਹਿਮਤਾਂ ਦਾ ਮਾਲਕ ਹੈ। ਸਭ ਤੋਂ ਵੱਡੀ ਗੱਲ ਉਦੋਂ ਹੁੰਦੀ ਹੈ ਜਦੋਂ ਵੇਖੋ ਰਾਜ, ਮਾੜਾ ਰਾਜ ਜਾਂ ਭੈੜਾ ਰਾਜ, ਰਾਜਨੀਤੀ ਮਾੜੀ ਕਿਹਨੂੰ ਕਿਹਾ ਜਾਂਦਾ? ਜਿੱਥੇ ਖਾਸ ਕਰਕੇ ਗਰੀਬ ਗੁਰਬੇ ਨਾਲ, ਘੱਟ ਗਿਣਤੀ ਲੋਕਾਂ ਦੇ ਨਾਲ, ਨਿਮਾਣੇ ਨਿਤਾਣੇ ਲੋਕਾਂ ਦੇ ਨਾਲ ਧੱਕਾ ਕੀਤਾ ਜਾਏ, ਸੁਣੇ ਕੋਈ ਨਾ, ਉਹ ਰਾਜ ਨੂੰ ਹਮੇਸ਼ਾ ਮਾੜਾ ਗਿਣਿਆ ਗਿਆ। ਔਰ ਜਿਹੜੇ ਰਾਜ ਦੇ ਵਿੱਚ ਸੱਚ ਦੀ ਗੱਲ ਇੰਨੀ ਪ੍ਰਚਾਰ ਦਿੱਤੀ ਜਾਏ, ਭਾਵੇਂ ਕੋਈ ਬਹੁਤ ਵੱਡਾ ਬਾਦਸ਼ਾਹ ਹੈ, ਭਾਵੇਂ ਅਮੀਰ ਘਰਾਣੇ ਦੇ ਲੋਕ ਹੈ, ਜਿੱਥੇ ਗਲਤ ਹੈ ਉਹਨੂੰ ਗਲਤ ਕਹਿਣਾ, ਤੇ ਗਰੀਬ ਗੁਰਬੇ ਜਿਹੜੇ ਜਿਨ੍ਹਾਂ ਦੀ ਕੋਈ ਨਹੀਂ ਬਾਂਹ ਫੜਨ ਵਾਲਾ, ਉਹਦੀ ਕੋਈ ਬਾਂਹ ਫੜੇ, ਤੇ ਸੱਚੀ ਗੱਲ ਹੈ ਉਸ ਰਾਜ ਦੀ ਸ਼ੋਭਾ ਵੈਸੇ ਬਣਦੀ। ਜੇ ਗੁਰੂ ਨਾਨਕ ਸਾਹਿਬ ਸਤਿਗੁਰੂ ਇਹ ਗੱਲ ਕਹਿੰਦੇ ਆ ਨਾ, ਤੇ ਮਹਾਰਾਜ ਇਹ ਕਰਕੇ ਦਿਖਾਈ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ, ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ਼। ਉਹ ਰਹਿਮਤਾਂ ਸੁਲਤਾਨਪੁਰ ਵਰਤੀਆਂ, ਸ਼ੋਭਾ ਹੋਣ ਲੱਗ ਪਈ। ਗੁਰੂ ਨਾਨਕ ਸਾਹਿਬ ਪਹਿਰ ਰਾਤ ਰਹਿੰਦੇ ਆ ਜਾਗਦੇ, ਵੇਈ ਨਦੀ ਦਾ ਇਸ਼ਨਾਨ ਕਰਦੇ। ਬਈ ਲੋਕੋ, ਕਿਉਂ ਨਾ ਹੋਵੇ ਗੁਰੂ ਨਾਨਕ ਸਾਹਿਬ ਕੋਲ ਕੁਝ ਘੜੀਆਂ ਬੈਠਿਆ ਜਾਏ। ਅਕਾਲ ਪੁਰਖ ਦੀ ਕਰਤੇ ਦੀ ਉਸਤਤ ਹੋਣ ਲੱਗੀ, ਔਰ ਹੌਲੀ ਹੌਲੀ ਇਹ ਵੱਡੇ ਰੂਪ ਦੇ ਵਿੱਚ ਸੰਗਤ ਬਣ ਗਈ। ਔਰ ਇਹਨੂੰ ਨਾਂ ਦਿੱਤਾ ਗਿਆ ਕਿ ਮਹਾਰਾਜ ਨੇ ਸੰਗਤ ਦੀ ਨੀਂਹ ਸੁਲਤਾਨਪੁਰ ਦੀ ਧਰਤੀ ਤੇ ਰੱਖੀ। ਔਰ ਸੰਗਤ ਦੀ ਆਰੰਭਤਾ, ਗੁਰੂ ਦੇ ਚਰਨਾਂ 'ਚ ਜੁੜਨ ਵਾਲੀ ਆਰੰਭਤਾ ਪਹਿਲੀ ਵਾਰ ਪਿਆਰਿਓ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਈ। ਬਾਬੇ ਦੀ ਸ਼ੋਭਾ ਫੈਲਦੀ ਗਈ, ਤੇ ਬਾਬਾ ਕਲਿਆਣ ਦਾਸ ਪਿਤਾ ਜੀ ਮਨ 'ਚ ਆਇਆ ਵੀ ਪੁੱਤਰ ਗਏ ਨੂੰ ਕਾਫੀ ਸਮਾਂ ਹੋ ਗਿਆ, ਇਹ ਵੀ ਹੌਲੀ ਹੌਲੀ ਆਵਾਜ਼ ਸੁਣਾਈ ਦਿੰਦੀ ਹੈ ਵੀ ਬੜੀ ਵਧੀਆ ਕਿਰਤ ਕਰਦਾ ਉੱਥੇ ਭੈਣ ਕੋਲ ਰਹਿੰਦਿਆਂ ਹੋਇਆ। ਬਾਬਾ ਕਲਿਆਣ ਦਾਸ ਗੁਰੂ ਨਾਨਕ ਸਾਹਿਬ ਨੂੰ ਮਿਲਣ ਆਏ। ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਪਿਛਾਂ ਆਇਆ, ਵੈਸੇ ਬੜਾ ਪੁਰਾਣਾ ਪਿੰਡ ਆ ਤਲਵੰਡੀ ਚੌਧਰੀਆਂ, ਮਨੌਤ ਹੈ ਵੀ ਬੇਬੇ ਨਾਨਕੀ ਸਾਹਿਬ ਦੀ ਜਿਹੜੀ ਬਰਾਤ ਆ, ਵਾਪਸੀ ਜਾਂਦਿਆਂ ਬੇਬੇ ਨਾਨਕੀ ਜੀ ਜਦੋਂ ਵਿਆਹੇ ਗਏ, ਲਿਖਤ ਚਲੋ ਨਹੀਂ ਆਇਆ, ਪਰ ਸਾਡਾ ਇਲਾਕਾ ਹੈ, ਆਮ ਇਹ ਗੱਲ ਲੋਕਾਂ ਦੀ ਜ਼ੁਬਾਨ ਤੇ ਹੈ
ਪੁਰਾਤਨ ਇਤਿਹਾਸਕ ਅਸਥਾਨ ਹੈ, ਉਹਦੇ 'ਚ ਖੂਹੀ ਹੈ ਬਕਾਇਦਾ, ਵੀ ਜਾਂਦਿਆਂ ਬਰਾਤ ਇੱਥੇ ਰੁਕੀ। ਉਹ ਜਿਹੜੀ ਸੰਗਤ ਜਾਂ ਉਹ ਇਲਾਕੇ ਦੇ ਲੋਕ ਜਾਣਦੇ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ। ਕੋਈ 12 ਕੁ ਮੀਲ ਦੀ ਵਿੱਥ ਤੇ ਹੋਏਗਾ ਤਲਵੰਡੀ ਚੌਧਰੀਆਂ ਔਰ ਸੁਲਤਾਨਪੁਰ ਲੋਧੀ। ਪ੍ਰਿੰਸੀਪਲ ਸਾਹਿਬ ਲਿਖਦੇ ਆ, ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਲਿਆਣ ਦਾਸ ਤਲਵੰਡੀ ਦੇ ਨੇੜੇ ਅੱਪੜੇ ਨਾ, ਤੇ ਉਹਨਾਂ ਕਿਸੇ ਨੂੰ ਪੁੱਛਿਆ ਵੀ ਇੱਥੋਂ ਥੋੜੀ ਦੂਰੀ ਹੈ ਸੁਲਤਾਨਪੁਰ ਲੋਧੀ, ਕਿਹੜਾ ਰਸਤਾ ਠੀਕ ਰਹੇਗਾ? ਤੇ ਲੋਕਾਂ ਪੁੱਛਿਆ ਵੀ ਸੁਲਤਾਨਪੁਰ ਲੋਧੀ ਜਾਣਾ, ਕਿੱਥੋਂ ਆਏ ਹੋ? ਇਸ ਸੁਭਾਇਕੇ ਬਾਬਾ ਕਲਿਆਣ ਦਾਸ ਕਹਿੰਦੇ ਆ, ਮੈਂ ਗੁਰੂ ਨਾਨਕ ਸਾਹਿਬ ਦਾ ਪੁੱਤ ਆ। ਉਹ ਖਿਮਾ ਕਰਿਓ, ਬਾਪ ਆ, ਉਹ ਮੇਰਾ ਪੁੱਤ ਆ। ਔਰ ਬਾਪ ਆਪਣੇ ਪੁੱਤਰ ਨੂੰ ਮਿਲਣ ਲਈ ਆਇਆ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਬਾਬਾ ਕਲਿਆਣ ਦਾਸ ਜੀ ਦੀ ਰਸਨਾ ਤੋਂ ਸੁਣਿਆ, ਤੇ ਤਲਵੰਡੀ ਦੇ ਬਹੁਤ ਲੋਕ ਬਾਬਾ ਕਲਿਆਣ ਦਾਸ ਦੇ ਨਾਲ ਹੀ ਤੁਰੇ। ਬੜੀ ਸ਼ੋਭਾ ਵੀ ਬਾਬਾ ਜੀ ਤੁਹਾਡਾ ਪੁੱਤ ਕੋਈ ਔਲੀਆ ਹੈ, ਫਕੀਰ ਹੈ, ਉਹ ਆਮ ਇਨਸਾਨ ਨਹੀਂ ਹੈ। ਔਰ ਗੱਲਾਂ ਕਰਦਿਆਂ ਕਰਦਿਆਂ ਕਿਸੇ ਨੇ ਇਹ ਦੱਸਿਆ ਵੀ ਜਿਹੜੇ ਪੁਰਾਣੇ ਲੋਕ ਸਨ ਪਹਿਲਾਂ ਮੋਦੀ ਖਾਨੇ ਨੂੰ ਚਲਾਉਣ ਵਾਲੇ, ਜਦੋਂ ਉਹਨਾਂ ਇਹ ਵੇਖਿਆ ਕਿ ਬਾਬਾ ਨਾਨਕ ਇੱਥੋਂ ਰਾਸ਼ਨ ਲੁਟਾਈ ਜਾ ਰਿਹਾ, ਤੇ ਬਾਬਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਲੱਗੀ। ਬੰਦੀ ਖਾਨੇ ਪਾਉਣ ਦੀਆਂ ਗੱਲਾਂ ਹੋਈਆਂ, ਤੇ ਤੁਹਾਨੂੰ ਪਤਾ ਹੈ ਕਈ ਮਹੀਨਿਆਂ ਦਾ ਜਦੋਂ ਹਿਸਾਬ ਜਾਦੋ ਰਾਏ ਮੁੰਸ਼ੀ ਨੇ ਕੀਤਾ ਨਾ, ਤੇ ਤੁਹਾਡੇ ਪੁੱਤਰ ਵੱਲ 360 ਰੁਪਏ ਵੱਧ ਨਿਕਲੇ। ਉਸ ਵੇਲੇ ਦੀ ਇਹ ਛੋਟੀ ਜੀ ਨਹੀਂ, ਬੜੀ ਵੱਡੀ ਰਕਮ ਬਣਦੀ ਹੈ। ਬਾਬਾ ਕਲਿਆਣ ਦਾਸ ਬੜੇ ਖੁਸ਼ ਹੋਏ ਵੀ ਮੇਰਾ ਪੁੱਤਰ ਈਮਾਨ ਦਾ ਬੜਾ ਪੱਕਾ, ਇਮਾਨਦਾਰ ਹੈ। ਖੈਰ ਘਰ ਆਪਣੇ ਆਪਣੀ ਪੁੱਤਰੀ ਨੂੰ, ਦਾਮਾਦ ਨੂੰ, ਜਵਾਈ ਨੂੰ ਮਿਲੇ, ਪੁੱਤ ਨੂੰ ਮਿਲੇ, ਬੜਾ ਪਿਆਰ ਕੀਤਾ। ਸ਼ਾਮ ਗੁਰੂ ਨਾਨਕ ਸਾਹਿਬ ਜਦੋਂ ਘਰ ਅੱਪੜੇ ਨਾ, ਬੇਬੇ ਜੀ ਦੇ ਘਰ ਵਿੱਚ ਬੈਠੇ ਆ। ਬੇਬੇ ਨਾਨਕੀ ਜੀ ਪ੍ਰਸ਼ਾਦਾ ਬਣਾ ਰਹੇ ਆ, ਬਾਪੂ ਨੂੰ, ਭਰਾ ਨੂੰ, ਆਪਦੇ ਪਤੀ ਨੂੰ, ਤਿੰਨਾਂ ਨੂੰ ਛਕਾ ਰਹੇ ਆ। ਗੱਲਾਂ ਕਰਦਿਆਂ ਕਰਦਿਆਂ ਬਾਬੇ ਕਲਿਆਣ ਦਾਸ ਨੇ ਗੱਲ ਤੋਰੀ, ਕਹਿਣ ਲੱਗੇ, ਪੁੱਤ ਤੈਨੂੰ ਪਤਾ ਵੀ ਇੱਕ ਬਾਪ ਦੀ ਜਿਹੜੀ ਬਾਪ ਤਾਈ ਹੈ ਕਦੋਂ ਸਫਲ ਹੁੰਦੀ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੱਸੋ ਬਾਪੂ ਜੀ। ਕਹਿਣ ਲੱਗੇ, ਜਿੱਦਣ ਪੁੱਤਰ ਦੀ ਕਮਾਈ ਬਾਪੂ ਖਾਂਦਾ ਹੈ ਨਾ, ਜਾਂ ਬਾਪੂ ਪੁੱਤਰ ਦੀ ਕਮਾਈ ਨੂੰ ਵਰਤਦਾ, ਅਸਲ ਵਿੱਚ ਉਸ ਦਿਨ ਬਾਪ ਦਾ ਸੀਨਾ ਚੌੜਾ ਹੁੰਦਾ ਹੈ ਵੀ ਮੇਰੇ ਪੁੱਤ ਦੀ ਇਹ ਮਿਹਨਤ ਆ। ਗੱਲਾਂ ਕਰਦਿਆਂ ਕਰਦਿਆਂ ਉਹ ਫਿਰ ਧਿਆਨ ਉਸ ਪਾਸੇ ਸੀ। ਉਹ ਕਹਿਣ ਲੱਗੇ, ਪੁੱਤ ਕਿੱਦਾਂ ਚੱਲਦੀ ਤੇਰੀ ਕਿਰਤ? ਬੇਬੇ ਨਾਨਕੀ ਜੀ ਕਹਿੰਦੇ ਆ, ਬਾਪੂ ਜੀ ਕੀ ਪੁੱਛਦੇ ਹੋ, ਬੜੀ ਸ਼ੋਭਾ ਤੁਹਾਡੇ ਪੁੱਤ ਦੀ, ਨਾਨਕ ਵੀਰ ਦੀ ਬੜੀ ਸ਼ੋਭਾ ਹੈ। ਕਹਿਣ ਲੱਗੇ, ਪੁੱਤ ਵੈਸੇ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ, ਬਹੁਤ ਕੁਝ ਦਿੱਤਾ ਮਾਲਕ ਦਾ, ਮੈਂ ਅਜੇ ਵੀ ਪਟਵਾਰੀ ਦੀ ਕਿਰਤ ਕਰਦਾ ਆ, ਪਰ ਫਿਰ ਵੀ ਤੇਰੀ ਮਾਂ ਦੀ ਅੰਦਰ ਦੀ ਖੁਆਇਸ਼ ਹੈ, ਮੇਰੀ ਖੁਆਇਸ਼ ਹੈ, ਕੁਝ ਨਾ ਕੁਝ ਤੂੰ ਸਾਨੂੰ ਦਵੇਂ ਜ਼ਰੂਰ, ਤੇ ਮੈਂ ਤੇਰੀ ਮਾਂ ਲਈ ਇੱਥੋਂ ਕੁਝ ਨਾ ਕੁਝ ਲੈ ਕੇ ਜਾਵਾਂ ਤੇ ਕਵਾਂ ਵੀ ਵੇਖ ਤ੍ਰਿਪਤਾ, ਇਹ ਤੇਰੇ ਪੁੱਤ ਦੀ ਕਮਾਈ ਦੀ ਚੀਜ਼ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਗੱਲ ਤੇ ਠੀਕ ਹੈ ਬਾਪੂ ਜੀ, ਪਰ ਗੱਲ ਇਹ ਆ ਵੀ ਮਾਇਆ ਆਉਂਦੀ ਬਹੁਤ ਆ, ਚਲੇ ਜਾਂਦੀ ਆ, ਮੇਰੇ ਹੱਥ 'ਚ ਟਿਕਦੀ ਕੋਈ ਨਹੀਂ। ਬਾਪੂ ਜੀ ਬੜੇ ਮਾਯੂਸ ਹੋਏ, ਕਹਿਣ ਲੱਗੇ, ਟਿਕਦੀ ਕਿਉਂ ਨਹੀਂ ਹੈ? ਆਖਿਆ, ਬਾਪੂ ਜੀ ਕੱਲ ਤੁਸੀਂ ਉਡੀਕ ਕਰਿਓ, ਮੈਂ ਤੁਹਾਨੂੰ ਦੱਸਾਂਗਾ ਵੀ ਮੇਰੀ ਮਾਇਆ ਜਾਂਦੀ ਕਿੱਥੇ ਹੈ। ਕਹਿਣ ਲੱਗੇ, ਪੁੱਤ ਵੇਖ, ਧਨ ਬਿਨਾਂ ਜੱਗ ਦੇ ਵਿੱਚ ਕਾਹਦਾ ਸਤਿਕਾਰ ਹੈ? ਧਨ ਬਿਨਾਂ ਜ਼ਿੰਦਗੀਆਂ ਨਹੀਂ ਚੱਲਦੀਆਂ ਹੁੰਦੀਆਂ, ਤੇ ਪੁੱਤ ਅਸੀਂ ਤੇ ਕਦੇ ਨਾ ਕਦੇ ਤੇ ਦੁਨੀਆ ਤੋਂ ਰੁਖਸਤ ਹੋਣਾ ਹੀ ਹੋਣਾ। ਅਸੀਂ ਦੋਵੇਂ ਮਾਂ-ਬਾਪ ਤੇਰੇ ਬੁੱਢੇ ਆ, ਕੰਧੀ ਉੱਤੇ ਰੁਖੜਾ ਆ, ਇੱਕ ਨਾ ਇੱਕ ਦਿਨ ਮੁੱਕ ਜਾਣਾ ਪੁੱਤ। ਘਰ ਦਾ ਗੁਜ਼ਰਾਨ ਇੰਜ ਨਹੀਂ ਹੁੰਦਾ ਜਿਵੇਂ ਤੂੰ ਕਹਿਣਾ, ਬਾਕੀ ਕੱਲ ਵੇਖ ਲਾਂਗੇ ਕੀ ਹੋਏਗਾ। ਅਗਲੀ ਸਵੇਰ ਮਹਾਰਾਜ ਆਪਣੀ ਫਿਰ ਨਿਤ ਦੀ ਔਕਾਰ ਨਿਭਾਈ। ਅੰਮ੍ਰਿਤ ਵੇਲੇ ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੋੜਦਿਆਂ
ਸਮੁੱਚੀ ਸੰਗਤ ਨੂੰ ਸੱਚ ਦਾ ਉਪਦੇਸ਼ ਬਖਸ਼ਿਆ। ਮੋਦੀ ਖਾਨੇ ਆਏ, ਸ਼ਾਮ ਮੋਦੀ ਖਾਨਾ ਬੰਦ ਕੀਤਾ। ਮਹਾਰਾਜ ਬਾਪੂ ਜੀ ਨੂੰ ਨਾਲ ਲੈ ਕੇ ਤੁਰੇ, ਭੈਣ ਭਾਈਏ ਨੂੰ ਨਾਲ ਲੈ ਕੇ ਤੁਰੇ। ਜਿਵੇਂ ਜਿਵੇਂ ਸੂਰਜ ਛਿਪਦਾ ਜਾ ਰਿਹਾ, ਗਰੀਬ ਪਰਿਵਾਰਾਂ ਦੀ ਬੜੀ ਵੱਡੀ ਇੱਕ ਬਸਤੀ ਹੈ, ਔਰ ਉਹ ਗਰੀਬ ਪਰਿਵਾਰ ਜਿਨ੍ਹਾਂ ਦੀਆਂ ਕੱਚੀਆਂ ਕੰਧਾਂ ਘਰਾਂ ਦੀਆਂ, ਛੋਟੀਆਂ ਛੋਟੀਆਂ ਕਾਨਿਆਂ ਦੀਆਂ ਛੱਤਾਂ ਪਾਈਆਂ ਹੋਈਆਂ, ਬਲਦੇ ਹੋਏ ਚੁੱਲ੍ਹੇ ਦੇ ਨੇੜੇ ਸ਼ਾਮ ਦਾ ਵੇਲਾ ਗੁਰੂ ਨਾਨਕ ਸਾਹਿਬ ਜਦੋਂ ਜਾ ਕੇ ਖੜੋ ਕੇ ਆਵਾਜ਼ ਦੇ ਕੇ ਪੁੱਛਦੇ ਆ ਵੀ ਭਾਈ ਕੀ ਹਾਲ ਹੈ। ਚਾਉ ਚੜ ਗਿਆ ਉਹਨਾਂ ਬਸਤੀ ਵਾਲੇ ਲੋਕਾਂ ਨੂੰ, ਗਰੀਬਾਂ ਨੂੰ। ਬਸਤੀ ਦੇ ਵਿੱਚ ਰੌਲਾ ਪੈ ਗਿਆ, ਗੁਰੂ ਨਾਨਕ ਸਾਹਿਬ ਆਏ, ਮਹਾਰਾਜ ਦੇ ਬਾਪੂ ਜੀ ਆਏ ਆ। ਤੇ ਮੁਹੱਲਾ ਬਸਤੀ ਦੇ ਲੋਕ ਇਕੱਠੇ ਹੋ ਕੇ ਹੱਥ ਜੋੜ ਕੇ ਆਂਦੇ ਆ, ਬਾਪੂ ਤੂੰ ਧੰਨਿਆ, ਤੂੰ ਧੰਨਿਆ ਬਾਪੂ, ਤੇਰੇ ਘਰ ਏਦਾਂ ਦਾ ਪੁੱਤ ਆਇਆ। ਕੋਈ ਆ ਕੇ ਬਾਬੇ ਕਲਿਆਣ ਦਾਸ ਦੇ ਪੈਰੀਂ ਹੱਥ ਲਾ ਕੇ ਕੋਈ ਬੱਚੀ ਆਂਦੀ ਹੈ, ਬਾਪੂ ਜੀ ਆ ਤੇਰੇ ਪੁੱਤਰ ਦੀ ਰਹਿਮਤ ਆ, ਸਾਡੇ ਘਰ ਦਾ ਚੁੱਲ੍ਹਾ ਬਲਦਾ। ਤੇ ਸੱਚ ਦਸੀਏ, ਅੱਗੇ ਤੇ ਅਮੀਰ ਲੋਕਾਂ ਦੇ ਦਰਵਾਜ਼ਿਆਂ ਦੇ ਅੱਗੇ ਰੋਜ਼ ਠੋਕਰਾਂ ਮਿਲਦੀਆਂ ਸਨ। ਕਈ ਵਾਰੀ ਏਦਾਂ ਵੀ ਹੁੰਦਾ ਵੀ ਖੁਦ ਭੁੱਖਿਆਂ ਸੌਂ ਜਾਣਾ, ਬੱਚੇ ਵੀ ਭੁੱਖੇ ਸੌਂ ਜਾਂਦੇ। ਪਰ ਬਾਬਾ ਕਲਿਆਣ ਦਾਸ, ਜਦੋਂ ਦਾ ਤੇਰਾ ਪੁੱਤ ਸੁਲਤਾਨਪੁਰ ਆਇਆ ਨਾ, ਅਸੀਂ ਭੁੱਖੇ ਨਹੀਂ ਸੌਂਦੇ। ਬਕਾਇਦਾ ਸਾਡੇ ਘਰ ਵਿੱਚ ਵੀ ਕੋਈ ਲੋੜਵੰਦ ਆ ਜਾਏ, ਉਹ ਵੀ ਇੱਥੋਂ ਖਾ ਕੇ ਜਾਂਦਾ। ਕੋਈ ਆ ਕੇ ਇਹ ਕਹਿੰਦਾ, ਬਾਪੂ ਜੀ ਤੇਰੇ ਪੁੱਤਰ ਕਰਕੇ, ਗੁਰੂ ਨਾਨਕ ਸਾਹਿਬ ਕਰਕੇ ਸਾਡੇ ਬੱਚਿਆਂ ਦੇ ਨੰਗੇਜ਼ ਕੱਜੇ ਗਏ। ਕਿਸੇ ਆਖਿਆ ਸਾਡਾ ਘਰ ਗੁਰੂ ਨਾਨਕ ਦੀ ਰਹਿਮਤ ਨਾਲ ਚੱਲਦਾ। ਜਦੋਂ ਪੂਰੀ ਬਸਤੀ ਮੁਹੱਲੇ ਦੇ ਵਿੱਚ ਆਵਾਜ਼ ਇੱਕੋ ਆ ਰਹੀ ਹੈ ਨਾ, ਬਾਬਾ ਕਲਿਆਣ ਦਾਸ ਘਰ ਆਏ ਤੇ ਘੁੱਟ ਕੇ ਗੁਰੂ ਨਾਨਕ ਸਾਹਿਬ ਨੂੰ ਗਲ ਨਾਲ ਲਾਇਆ, ਕਹਿਣ ਲੱਗੇ ਪੁੱਤ ਸੱਚ ਹੈ, ਮੈਨੂੰ ਨਹੀਂ ਸੀ ਪਤਾ ਕਿ ਮਾਇਆ ਕਿਵੇਂ ਸਾਂਭੀ ਜਾਂਦੀ ਹੈ, ਕਿਵੇਂ ਸਫਲੀ ਹੁੰਦੀ ਹੈ। ਪਰ ਪੁੱਤ ਜਿਹੜੇ ਕਾਰਜਾਂ ਲਈ ਤੂੰ ਆਇਆ, ਮੇਰੀ ਅਰਦਾਸ ਹੈ ਇੱਕ ਬਾਪ ਦੀ, ਅਕਾਲ ਪੁਰਖ ਵਾਹਿਗੁਰੂ ਤੇਰੇ ਉਹਨਾਂ ਕਾਰਜਾਂ ਨੂੰ ਰਾਸ ਕਰੇ। 3 ਵਾਰ ਪਿਆਰਿਓ ਇੱਥੇ ਮੋਦੀ ਖਾਨੇ ਦੇ ਵਿੱਚ ਵਸਦਿਆਂ ਸ਼ਿਕਾਇਤਾਂ ਹੋਈਆਂ। 3 ਵਾਰ ਧੰਨ ਗੁਰੂ ਨਾਨਕ ਸਾਹਿਬ ਦਾ ਹਿਸਾਬ ਹੋਇਆ। ਇੱਕ ਵਾਰ 1120 ਰੁਪਏ ਵੱਧ ਨਿਕਲੇ, ਤੀਜੀ ਵਾਰ 1340 ਰੁਪਏ ਵੱਧ ਨਿਕਲੇ। ਇਹ ਮੋਦੀ ਖਾਨੇ ਦੀ ਕਿਰਤ ਆ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਰੋਜ਼ਾਨਾ ਦੀ ਕਿਰਤ ਕਾਰ ਉਹ ਚੱਲਦੀ ਰਹੀ। ਇੱਥੇ ਰਹਿੰਦੇ ਆ ਇੱਕ ਖੱਤਰੀ ਪਰਿਵਾਰ, ਔਰ ਉਹਦੀ ਪੁੱਤਰੀ ਦਾ ਵਿਆਹ ਆਇਆ। ਇਤਿਹਾਸ ਇਹ ਗੱਲ ਕਹਿੰਦਾ ਵੀ ਜਦੋਂ ਲੋੜਵੰਦ ਲੋਕਾਂ ਦੀ ਝੋਲੀ ਭਰਨ ਦੀ ਗੱਲ ਆਉਂਦੀ ਨਾ, ਜੇ ਕੁਝ ਸੁਲਤਾਨਪੁਰ ਨਾ ਵੀ ਹੁੰਦਾ, ਪਰ ਉਦਾਂ ਸੁਲਤਾਨਪੁਰ ਅੱਜ ਤੇ ਬਹੁਤ ਛੋਟਾ ਜਿਹਾ ਸ਼ਹਿਰ ਆ। ਉਹਨਾਂ ਵੇਲਿਆਂ ਦੇ ਵਿੱਚ 36 ਬਾਜ਼ਾਰ ਸਨ ਜੀ ਸੁਲਤਾਨਪੁਰ ਲੋਧੀ ਦੇ। ਮੁਸਲਮਾਨਾਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੁਲਤਾਨਪੁਰ ਲੋਧੀ ਸੀ। ਹਮਾਯੂੰ ਤੋਂ ਲੈ ਕੇ ਬਾਦਸ਼ਾਹ ਔਰੰਗਜ਼ੇਬ ਤੱਕ ਸਭ ਸੁਲਤਾਨਪੁਰ ਦੇ ਪੜ੍ਹੇ ਹੋਏ ਸਨ। ਵੱਡੇ ਰੂਪ ਵਿੱਚ ਵਪਾਰ ਦਾ ਕੇਂਦਰ ਰਿਹਾ ਸੁਲਤਾਨਪੁਰ। ਔਰ ਇੱਥੇ ਜੇ ਕਿਸੇ ਦੀ ਲੋੜ ਸੁਲਤਾਨਪੁਰੋਂ ਨਾ ਪੂਰੀ ਹੁੰਦੀ, ਮਹਾਰਾਜ ਨੂੰ ਲਾਹੌਰ ਤੋਂ ਖੁਦ ਸਮਾਨ ਮੰਗਵਾ ਕੇ ਦਿੰਦੇ। ਇਹ ਗੱਲ ਅਸੀਂ ਪੜ੍ਹ ਕੇ ਤੇ ਆਮ ਲੰਘ ਜਾਂਦੇ ਆ, ਪਰ ਜਦੋਂ ਮਹਾਰਾਜ ਇਹ ਕਹਿੰਦੇ ਆ ਨਾ ਕਿ ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ, ਜਿਹਨੇ ਗਰੀਬਾਂ ਦੀ ਮਦਦ ਕੀਤੀ, ਜਿਨ੍ਹਾਂ ਨੀਵਿਆਂ ਨੂੰ ਸੰਭਾਲਿਆ, ਸਮਝ ਲਈਏ ਕਿ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਹਨਾਂ ਤੇ ਵਰਤ ਗਈ। ਖੈਰ, ਇੱਕ ਗਰੀਬ ਖੱਤਰੀ ਪਰਿਵਾਰ ਦੇ ਵਿੱਚ ਬੱਚੀ ਦਾ ਵਿਆਹ ਆਇਆ। ਉਹਨੇ ਗੁਰੂ ਨਾਨਕ ਸਾਹਿਬ ਅੱਗੇ ਆ ਕੇ ਫਰਿਆਦੀ ਹੋਇਆ, ਦਾਤਾ ਮੇਰੇ ਕੋਲ ਇੰਨਾ ਕੁਝ, ਇੰਨਾ ਸਰਮਾਇਆ ਦੌਲਤ ਨਹੀਂ ਹੈ ਵੀ ਮੈਂ ਆਪਣੀ ਪੁੱਤਰੀ ਦੇ ਕਾਰਜ ਨੂੰ ਨੇਪਰੇ ਚਾੜ ਸਕਾਂ, ਤੇ ਮੈਨੂੰ ਪਤਾ ਵੀ ਤੁਸੀਂ ਖਾਲੀ ਵੀ ਨਹੀਂ ਮੋੜੋਗੇ,
ਇੰਨੀ ਕੁ ਇਮਦਾਦ, ਇੰਨੀ ਕੁ ਮੇਰੀ ਮਦਦ ਕਰ ਦਿਓ, ਤੁਹਾਡੇ ਚਰਨਾਂ 'ਚ ਆਇਆ ਮੈਂ ਖਾਲੀ ਨਾ ਮੁੜਾਂ। ਗੁਰੂ ਨਾਨਕ ਸਾਹਿਬ ਬਹੁਤਾ ਸਾਜ਼ੋ ਸਮਾਨ ਇੱਥੋਂ ਦਿੱਤਾ, ਕੁਝ ਕੁ ਰਹਿ ਗਿਆ ਜਿਹਦੇ ਵਿੱਚ ਬੱਚੀ ਲਈ ਸੁਹਾਗਣ ਦਾ ਵੇਸ, ਸੂਹਾ ਵੇਸ, ਚੂੜਾ ਇਤਿਆਦਿਕ ਚੀਜ਼ਾਂ ਲਈ ਮਹਾਰਾਜ ਨੇ ਆਪਣੇ ਪਰਮ ਸਿੱਖ ਭਾਈ ਭਗੀਰਥ ਜੀ ਨੂੰ ਲਾਹੌਰ ਭੇਜਿਆ। ਔਰ ਲਾਹੌਰ ਦੀ ਧਰਤੀ ਤੇ ਭਾਈ ਭਗੀਰਥ ਗਏ। ਸਾਰਾ ਦਿਨ ਦੇ ਵਿੱਚ ਸਾਜੋ ਸਮਾਨ ਜਿਹੜਾ ਖਰੀਦਣਾ ਸੀ ਉਹ ਖਰੀਦ ਲਿਆ। ਇੱਕ ਉੱਥੇ ਵਪਾਰੀ ਮਿਲਿਆ, ਭਾਈ ਮਨਸੁਖ ਸਾਹਿਬ। ਸ਼ਾਮ ਪੈ ਗਈ ਤੇ ਭਾਈ ਭਗੀਰਥ ਵਾਪਸੀ ਕਰਨ ਲੱਗਾ ਤੇ ਭਾਈ ਮਨਸੁਖ ਕਹਿੰਦਾ ਠੀਕ ਹੈ, ਜਿੰਨਾ ਕੁ ਸਮਾਨ ਚਾਹੀਦਾ ਸੀ ਉਹ ਮਿਲ ਗਿਆ, ਜਿਹੜਾ ਰਹਿ ਗਿਆ ਉਹ ਫਿਰ ਕਿਤੇ ਪੂਰਾ ਕਰ ਲਵਾਂਗੇ। ਮੈਂ ਰਾਤੋਂ ਰਾਤ ਲਾਹੌਰੋਂ ਚੱਲ ਕੇ ਸੁਲਤਾਨਪੁਰ ਪਹੁੰਚ ਜਾਵਾਂ, ਸਵੇਰੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੰਗਤ ਮਿਲ ਜਾਏ, ਇਹ ਮੇਰੇ ਲਈ ਬੜਾ ਜ਼ਰੂਰੀ ਹੈ। ਤੇ ਭਾਈ ਮਨਸੁਖ ਹੱਸ ਪਿਆ, ਕਹਿਣ ਲੱਗਾ ਕਿਸੇ ਫਕੀਰ ਨੂੰ ਮੰਨਦਾ, ਕਿਸੇ ਬਾਬੇ ਨੂੰ ਮੰਨਦਾ? ਉਹਨੇ ਆਖਿਆ ਨਾ ਉਹ ਫਕੀਰ ਹੈ ਨਾ ਉਹ ਬਾਬਾ ਹੈ, ਅਸਲ ਦੇ ਵਿੱਚ ਉਹ ਮਾਲਕ ਖੁਦਾਏ ਦਾ ਰੂਪ ਆ, ਉਹਦੀ ਸੰਗਤ ਵਿੱਚੋਂ ਬੜੀਆਂ ਰਹਿਮਤਾਂ ਮਿਲਦੀਆਂ। ਤੇ ਭਾਈ ਮਨਸੁਖ ਕਹਿਣ ਲੱਗਾ ਵੀ ਆਪਣੇ ਵਰਗੇ ਬੰਦਿਆਂ ਨੂੰ ਇਦਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਹਨੇ ਪੁੱਛਿਆ ਕਿਉਂ? ਆਖਿਆ ਇਸ ਕਰਕੇ ਕਿ ਫਕੀਰੀ ਰੂਪ ਦੇ ਵਿੱਚ ਬੜਾ ਲਿਬਾਸ ਹੈ ਲੋਕਾਂ ਕੋਲ, ਜਿੰਨੀ ਧਰਮ ਦੇ ਨਾਂ ਤੇ ਠੱਗੀ ਠੋਰੀ ਹੈ ਸ਼ਾਇਦ ਇੰਨੀ ਕਿਤੇ ਨਹੀਂ। ਐਵੇਂ ਬੰਦਿਆਂ ਦੇ ਅੱਗੇ ਸਿਰ ਨਹੀਂ ਨਵਾਈ ਜਾਈਦਾ, ਛੱਡ ਇਸ ਗੱਲ ਨੂੰ, ਆਪਣੀ ਕਿਰਤ ਦੇ ਵਿੱਚ ਪੈ। ਤੇ ਭਾਈ ਭਗੀਰਥ ਸਾਹਿਬ ਕਹਿੰਦੇ ਆ ਦੁਨੀਆ ਬਹੁਤ ਵੇਖੀ, ਬੜੀ ਜ਼ਿੰਦਗੀ ਦੇ ਤਜਰਬੇ ਹੈ, ਪਰ ਗੁਰੂ ਨਾਨਕ ਸਾਹਿਬ ਵਰਗਾ ਦੁਨੀਆ 'ਚ ਦੂਜਾ ਕੋਈ ਨਹੀਂ। ਮਨਸੁਖ ਜੀ ਉੱਤੇ ਪ੍ਰਭਾਵ ਪਿਆ, ਕਿਉਂਕਿ ਜ਼ਿੰਦਗੀ ਉਹੀ ਹੋਇਆ ਪਿਆਰਿਓ। ਵੇਖੋ ਜਿਹੜਾ ਸਰੂਪ ਹੈ ਨਾ, ਸਾਡੀ ਸ਼ਕਲ ਸੂਰਤ ਆ, ਇਹਨੇ ਸਮੇਂ ਦੇ ਨਾਲ ਤਬਦੀਲ ਹੋ ਜਾਣਾ। ਬੰਦੇ ਦੀ ਪਹਿਚਾਣ ਉਹਦੀ ਬੋਲ ਬਾਣੀ, ਉਹਦੇ ਚਰਿੱਤਰ, ਉਹਦੇ ਕਰੈਕਟਰ ਤੇ ਉਹਦੇ ਕਰਮ ਤੋਂ ਹੁੰਦੀ ਹੈ। ਬਾਕੀ ਬੜਾ ਕੁਝ ਬਦਲ ਜਾਂਦਾ। ਤੁਹਾਡੇ ਕੋਲ ਲਫ਼ਜ਼ ਕੈਸੇ ਆ ਕੈਸੇ ਨਹੀਂ, ਕਰਮ ਜ਼ਿੰਦਗੀ ਦਾ ਕੈਸਾ ਆ ਕੈਸਾ ਨਹੀਂ, ਕਰੈਕਟਰ ਕੈਸਾ ਆ, ਅਸਲ ਦੇ ਵਿੱਚ ਇਹੀ ਬੰਦੇ ਦੀ ਪਹਿਚਾਣ ਹੈ। ਭਾਈ ਭਗੀਰਥ ਦਾ ਕਰਮ, ਬੋਲ ਬਾਣੀ, ਕਰੈਕਟਰ ਨੂੰ ਵੇਖ ਭਾਈ ਮਨਸੁਖ ਪ੍ਰਭਾਵਿਤ ਹੋਇਆ ਤੇ ਚੱਲ ਪਏ ਲਾਹੌਰ ਦੀ ਧਰਤੀ ਤੋਂ। ਵੇਖੋ ਪਿਆਰਾ ਹੀ ਉਹ ਹੈ, ਰੱਬ ਦਾ ਗੁਰੂ ਦਾ ਜਨ ਹੀ ਉਹ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਭਾਈ ਮਨਸੁਖ ਭਾਈ ਭਗੀਰਥ ਦੇ ਨਾਲ ਤੁਰਿਆ, ਦੋਨੋਂ ਚੱਲਦਿਆਂ ਗੱਲਾਂ ਕਰਦਿਆਂ ਗੁਰੂ ਨਾਨਕ ਸਾਹਿਬ ਦੀਆਂ ਐਸੀਆਂ ਅਜ਼ਮਤਾਂ, ਬਖਸ਼ਿਸ਼ਾਂ, ਨਿਆਮਤਾਂ ਨੂੰ ਸੁਣਦਾ ਆਇਆ। ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਸਤਿਕਾਰ ਵੱਧਦਾ ਗਿਆ। ਮਨ ਵਿੱਚ ਇੱਕ ਨਾ ਗੱਲ ਬਣਾ ਲਈ, ਖਿਆਲ ਬਣਾ ਲਿਆ ਕਿ ਮੰਨਾ ਤਾਂ ਜਿਉ ਮੇਰਾ ਨਾਂ ਲੈ ਕੇ ਆਵਾਜ਼ ਮਾਰੇ, ਇੰਜ ਨਹੀਂ। ਪਤਾ ਵੀ ਲੱਗੇ ਨਾ ਵੀ ਉਹ ਦਿਲਾਂ ਦੀਆਂ ਜਾਣਨ ਵਾਲਾ। ਪ੍ਰਭਾਵਿਤ ਤੇ ਬੰਦਾ ਉਦੋਂ ਹੀ ਹੁੰਦਾ ਨਾ ਜਦੋਂ ਤੁਹਾਡੇ ਅੰਦਰ ਨੂੰ ਫਰੋਲਦਾ ਆ। ਹਜ਼ੂਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਏ, ਮੱਥਾ ਟੇਕਿਆ, ਅੰਮ੍ਰਿਤ ਵੇਲਾ ਸਵੇਰ ਆ, ਸੰਗਤ ਦੇ ਵਿੱਚ ਅਪੜੇ ਬਹਿ ਗਏ। ਗੁਰੂ ਦੇ ਸ਼ਬਦ ਦੀ ਧੁਨ ਕੰਨੀ ਪੈਂਦੀ ਰਹੀ, ਗੁਰੂ ਕੀ ਵਿਚਾਰ ਸੁਣਦੇ ਰਹੇ। ਜਦੋਂ ਸੰਪੰਨਤਾ ਹੋ ਗਈ ਦੀਵਾਨ ਦੀ, ਵੇਈਂ ਦਾ ਕਿਨਾਰਾ ਹੈ, ਗੁਰੂ ਨਾਨਕ ਸਾਹਿਬ ਨੇ ਧਿਆਨ ਨਾਲ ਵੇਖਿਆ ਭਾਈ ਮਨਸੁਖ ਵੱਲ। ਮਹਾਰਾਜ ਪੁੱਛਦੇ ਆ, ਪੁੱਤਰਾ ਤੇਰਾ ਚੱਲਿਆ ਹੋਇਆ ਕਦਮ ਕਦਮ ਮਾਲਕ ਲੇਖੇ ਵਿੱਚ ਲਾ ਲਏ, ਪਰ ਇੱਕ ਗੱਲ ਦੱਸੀ, ਜਿਹੜਾ ਨਾਮ ਮਾਪਿਆਂ ਨੇ ਰੱਖਿਆ ਉਹਨੂੰ ਕਦੀ ਅੰਦਰੋਂ ਵੀ ਮਾਣਿਆ ਕਿ ਨਹੀਂ ਮਾਣਿਆ? ਕੱਲਾ ਨਾ ਹੀ ਤੇਰਾ ਮਨ ਸੁੱਖ ਹੈ ਕਿ ਮਨ ਦਾ ਸੁੱਖ ਵੀ ਕਦੇ ਮਾਣਿਆ?
बस इन्नी गल कहण दी देर सी, दूजे लफज नहीं कहण दी लोड़ पई। एक हुंदा मत्था टेकना, एक हुंदा मत्था टेक जाना। भाई मनसुख मत्था टेकिया नहीं, वह मत्था टेक गया। और मैं कहना भागां वाले सिख सन जेड़े एक लफज सुनदियां आपा समर्पण कर गए। आप गवाईए तां शौ पाईए और कैसी चतुराई। सच ये है जी, धर्म की दुनिया दे विच जिन्ना चिर साडे जीवन चों चतुराई चलाकी नहीं ना जाती, गुरु दे घर की रहमत का एक भी किणका जिहड़ा कतई नहीं मानिया जा सकता, कदे भी नहीं। ये एवें ख्याल आ साडे भी शायद मेरे वर्गे बंदे सोचण भी गल्लां करके धर्म मान लईदा नहीं। ये ज्ञान आ, ये लफज आ, किताबी बोल आ, पढ़ लै सुना लै, ठीक है, ये धर्म की किरत बन गई। पर सच ये है, गुरु दे दर कबूल पैण लई बाहर दा पहरावा, बाहर दी दिख दी गल नहीं है। मेन गल तो यह है साडा अंदर कित्थे खड़ोता। क्या जप क्या तप क्या व्रत पूजा, जाके हृदय भाओ है दूजा। रे जन मन माधो स्यों लाई है, चतुराई ना चतुर भुज पाई है। परखर लोभर लोकाचार, परखर काम क्रोध अहंकार। कर्म करत बद्धे अम्बे, मिल पाथर की करही सेव। कहो कबीर भगत कर पाया, भोले पाए मिले रघुराया। भाई मनसो हथ जोड़े कहन लगा महाराज सच आ ना, सच्ची मेरा मन सुख है, मापिया ही रखे है। पर कोई झूठ नहीं है, मन का सुख नहीं कदे मार। एक गल नूं जानियो जी, बाहरले तौर ते जुटाए हुए साधन सिर्फ शरीर नूं सुख दे सकते हैं, मन नूं नहीं। क्योंकि बाणी कहंदी लैदा बद दुआए तू माया करे इकत। बद दुआवां नाल एक माया इकट्ठी कर ली, वह तन नूं सुख तो दे सकती है, मन तक बाहरले साधना की पहुंच नहीं। जिस दिन मन नूं समझाउणा ना जां मन नूं सुख देना, वो आनंद की दुनिया है। क्योंकि सुख जिहड़ा वो समा पा के दुख विच तब्दील हुंदा है। जिहड़ी मन की अवस्था उन्हें बदलना नहीं। भाई मनसुख बड़ा वड्डा व्यापारी सी, लंका तक संगला दीप तक उहदे जहाजी बेड़े चलते सन, छोटा जिहा व्यापारी नहीं सी। उन्हें आख्या महाराज मनसुख ना जरूर है, पर यह गल सच्ची है, मैं मन का सुख कदे नहीं मानिया। गुरु नानक साहब सतगुरु की ऐसी संगत मिली, महाराज बचन आखे कहन लगे जीवन वार वार कोशिश करियो हौमे का त्याग हो जाए। हौमे का त्याग करना, संगत करनी, पहर रात रहिंदी जागना, कदे नेम ना भुलाउणा, आए हुए गरीब अतिथि लोड़वंद नूं कदे खाली ना मोड़ना। मन सुख अंदर दा आनंद, अंदर दा सुख मिलेगा। उपरंत ये इतिहास की लड़ी अगली, फिर इथों अगली गल कली सुल्तानपुर की कही। 3 वारी सुल्तानपुर साहब जदों हिसाब होया, महाराज गुरु नानक साहब फिर एक दिन यह गल कहंदे है, जिथे मेहनत का मुल ना पवे, जिथे वार वार मुशक्कत दे उत्ते मेहनत दे उत्ते शंका खड़ा हो जाए। क्योंकि जिहड़ा शक है ना जी, शक वड्डे वड्डे रिश्तियां नूं पलां च चकना चूर कर दिंदा है। कहना बड़ा सौखा, मैनूं एक विद्वान की गल याद आउंदी है। वो कहना भी सामने पहाड़ होवे ना, शक की चीज है। अख दे विच निक्का जिहा कख, कोई निक्की जी चीज अख च पै जाए ना, ते सामने बहुत वड्डा पहाड़ जिहड़ा वो दिसदा नहीं है। नहीं तो एक कख की की कीमत है, कुछ भी नहीं। पर वेखण वाली अख दे विच कख पै गया, सामने खड़ोते पहाड़ की
गल खत्म हो गई। शक इदां दी चीज है, जदों साडे ज़हन विच संसारी रिश्तियां दे प्रति, सज्जणताई मित्रताई दे प्रति, दुनिया च जो कुछ भी चलता है, जिदन शक आ, खिमा करियो, साडी सारी मेहनत बेकार चली जाती है। और धर्म की दुनिया भी ऐसी है, जदों गुरु रहमत, गुरु कृपा, शंका खड़ा हो जाए ना, महाराज कहते ने करमी सहज ना उपजै, मिन सहजे सहसा ना जाए, ना जाए सहसा कितै संजम रहे, कर्म कमाए सहसे जियो मलीन है। जिन्ने शंके सहसे बनगे उदे ही जीवन मलीन होएगा। सहसे जियो मलीन है, कित संजम धोता जाए, मन तो वो शब्द लागो हर स्यों रहो, चित लाए कहे नानक गुर प्रसादी, सहज उपजै ए सहसा इव जाए। महाराज गुरु नानक साहब सतगुरु ने घरे गल की, कहन लगे मैं अज तो बाद ये किरत नहीं करनी, मैनू मेरा मालक मेरा वाहिगुरु दाता आवाज़ां देंदा है, नानक तैनू किसी होर नियामतां लई भेजिया। ठीक है, दुनिया के सामने तू सच्ची किरत, धर्म की किरत करके दिखाई है, पूरने पा दिते है, पर तेरा जीवन किसी होर पासे वाल इशारा करता है। भैन जी नाल गल कीती, उन्हें आख्या भी जिवें तुहानू ठीक लगदा। और इत्थे रहिंदिआं ही सुल्तानपुर लोधी की धरती ते धन गुरु नानक साहब का विआह बटाले की धरती ते होया। मैं थोड़ा जिहा संखेप तां चलदा आ, दिन तकरीबन सिर्फ एक हफ्ता आ अगला साडे कोल, ते कोशिश है भी महाराज दीआं प्रचारक फेरियां जिहड़ियां उहदा भावें थोड़ा थोड़ा इतिहास कहा जाए, पूरा जरूर हो जाए। बटाले की धरती ते विआह हुंदा है, महाराज सुल्तानपुर लोधी रहिंदे आ, इत्थे ही दो पुत्रां दा जन्म होया। सत्कारयोग बाबा श्री चंद साहब, बाबा लखमी दास साहब। कुछ इतिहासकारां दी ये मनावत है भी गुरु साहब का विआह तलवंडी की धरती ते ही हो गया, ते महाराज परिवार समेत बाद विच सुल्तानपुर लोधी आए। एक वखरा विषय है। कुछ समय बाद गुरु नानक साहब महाराज परिवार विच रहिंदे आ, एक दिन वो समा आउंदा है जिस दिन रोजाना की तरह वेई नदी इशनान करन गए। साथी भाई मरदाना नाल आ, बस्तर बाहर पे, वेई च इशनान करन गए जरूर पर मुड़े ना। कुछ घड़ियां भाई मरदाना बैठा रहा, बाहर ना आए। संगत जिहड़ी रोजाना की संगत सी नेम वाली, वो भी आ गई। हौली हौली ये गल एक दूजे तक अपड़ती गई। महाराज इशनान करने लई कुछ घड़ियां हो गई, गए पर मुड़े नहीं। जदों ज्यादा समा बीत गया, पूरे शहर च रौला पै गया, बेबे नानकी दा पिराऊ डुब गया। गोताखोर छड्डे गए, किसे आखिया कोई चीज खा गई होएगी, किसे कुछ। सारा दिन लंघ गया, रात लंघ गई। हुण लोकां नूं पक्का यकीन हो गया भी सच्ची गुरु नानक साहब नूं कुछ हो गया, सच्ची वेई नदी च डुब गया जां कोई चीज खा गई है। लोक मकाना दे रूप च, अफसोस करन दे रूप च, मातम पुरुषी दे रूप विच गुरु नानक साहब दे घर गुरु के बाग आउण लग पए। सारा सुल्तानपुर डोलिया प्यारिओ, नहीं डोलिया ते गुरु नानक साहब दा साथी भाई मरदाना नहीं डोलिया, नहीं डोलिया ते महाराज दे महल माता मां सुलखणी ना डोली, नहीं डोलिया ते सत्कारयोग बेबे नानकी ना डोली। आपां पिंडां थावां दे रहण वाले, चलो अज दे बच्चिआं नूं ते नहीं पता, पहलियां विच किते मरग हो जानी ना ते किसे ने ना रोना, लोकां इदां दे वैण पाउणे भी इहनूं रवाओ, इहदा दिल पत्थर ना हो जाए, अंदर दा दुख जिहड़ा वो हंझू बन के वह जाए। और उदों स्पैशल नैण नूं सद्दिया जाना भी कोई वैण इदां दे पा, सारे रोण लग पैण। हुण इदां दे लोक आउंदे हो वेखदे है
भी सारा पिंड इकट्ठा होकर अखा भरदा, किसी ने अखा भरिया। लोकी ना रवाउण दा यतन करते हैं। कोई बेबे नानकी दे लागे बह जांदा है, नानकी अगे रोज वीर घरे आउंदा हुंदा सी शामी, तैनूं पता है हुण तेरे वीर ने कदी नहीं आउणा। कोई मां सुलखणी नूं आंदा रोजाना सवेरे तुहाडे कोलों जांदे सन, शामी आउंदे बच्चिआं नूं चुकदे सन, सुलखणी जी तेरे बच्चिआं दे सिर तो बापू दा साया उठ गया। बड़ी निक्की उम्र है, बड़ी मातम पुरशी, बड़ी वैणा दी गल चली, पर बेबे नानकी को गल ठोक वजा के सुल्तानपुर कही, ठीक है तुहाडी अपने ख्याल है, पर याद रखियो जिहड़ा डुब्बियां नूं तारन आया ना वो डुब नहीं सकदा, ये मेरा पक्का यकीन है। तीसरे दिन 3 दिन महाराज अलोप रहे। चौथे दिन की सवेर गुरु नानक साहब बस्तर पा वेई नदी तो बाहर निकले और एक शमशान घाट में जाके बह गए। वेई नदी दे विच जो कुछ घटना वापरी उन्होंने जन्म साखी भाई मनी सिंह जी, बाबा मेहरबान साहब उन्हें इतिहास च लिखिया है कि गुरु नानक साहब का अकाल पुरख के चरणों के नाल मिलाप होंदा। भारी करी तपस्या वड्डे भाग हरस्यों बने आई, बाबा पहंदा सच खंड 9 निध नाम गरीबी पाई। गुरु नानक साहब सच्चे पातशाह परमात्मा दे घर अपने मालिक ने नाम प्याला दिता, लै नानक पी, मैं पार ब्रह्म परमेश्वर तू गुर परमेश्वर, आप जप दूजियां नूं जपा, जिहदे उत्ते मेरी खुशी ओहदे उत्ते तेरी खुशी, जिहदे उत्ते मेरी नज़र ओहदे उत्ते तेरी नज़र। अकाल पुरख दे चरनां चों 9 निधियां दा खजाना, नाम दी दात, गरीबी भाव, निमरता लैके महाराज आए ते सुल्तानपुर दी धरती शमशान घाट विच बैठे। ये तो अगला प्रसंग आपां कल दे दीवाना दे विच फिर आरंभ करांगे। धन गुरु नानक साहब रहमतां वरताउण, उन्हां दा जीवन इतिहास पाए हुए पूर ने साडी जिंदगी नूं रोशना देण जी। होइयां भुल्लां दी खिमा। वाहिगुरू जी का खालसा, वाहिगुरू जी की फतेह।